ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡਾਉਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾਲੀ। ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਿਤ ਪਾਵਨ ਮਾਧੋ ਬਿਰਦ ਤੇਰਾ, ਧਨ ਤੇ ਵੈ ਮਨ ਜਨ, ਜਿਨ ਧਿਆਇਓ ਹਰਿ ਪ੍ਰਭ ਮੇਰਾ। ਮੇਰੇ ਮਾਥੈ ਲਾਗੀ ਲੈ ਧੂਰ, ਗੋਬਿੰਦ ਚਰਨਨ ਕੀ। ਸੁਰ ਨਰ ਮਨ ਜਨ ਤਿਨਹੂ ਤੇ ਦੂਰ, ਰਹਾਉ ਦੀਨ ਕਾ ਦਇਆਲ ਮਾਧੋ, ਗਰਭ ਪਰਹਾਰੀ। ਚਰਨ ਸਰਨ ਨਾਮਾ ਬਲ ਤਿਹਾਰੀ, ਪਾਤਿਤ ਪਾਵਨ ਮਾਧੋ ਬਿਰਦ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਵਿੱਤਰ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ, ਸਤਿਗੁਰੂ ਜੀ ਭਗਤ ਰਸਨਾ ਦੁਆਰਾ ਜਿਵੇਂ ਪਾਵਨ ਸ਼ਬਦ ਅੰਦਰ ਉਪਦੇਸ਼ ਦੇ ਰਹੇ ਹੈ, ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਉਪਦੇਸ਼ ਦਿੰਦੇ ਹੈ, ਹੇ ਜੀਵਾ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰ। ਤੇਰਾ ਲੋਕ ਪਰਲੋਕ ਸਵਾਰਿਆ ਜਾਵੇਗਾ, ਜੀਵਨ ਦੀ ਸਫਲਤਾ ਹੋ ਜਾਵੇਗੀ। ਸੰਗਤ ਜੀ, ਦੁਨੀਆ ਵਿੱਚ ਕੋਈ ਹੋਰ ਐਸੀ ਸ਼ਕਤੀ ਨਹੀਂ ਹੈ ਜਿਹੜੀ ਮਨ ਨੂੰ ਤਬਦੀਲ ਕਰ ਸਕੇ, ਭਟਕਦੇ ਹੋਏ ਮਨ ਨੂੰ ਇਕਾਗਰ ਕਰ ਸਕੇ। ਕੇਵਲ ਇੱਕੋ ਇੱਕ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਦੀ ਤਾਕਤ ਹੈ, ਇਹ ਸ਼ਬਦ ਦੀ ਸ਼ਕਤੀ ਹੈ, ਜਿਸ ਦੁਆਰਾ ਇਸ ਮਨ ਨੂੰ ਟਿਕਾਇਆ ਜਾ ਸਕਦਾ ਹੈ, ਮਨ ਦੀ ਇਕਾਗਰਤਾ ਬਣਾਈ ਜਾ ਸਕਦੀ ਹੈ। ਕਿਉਂਕਿ ਜਿਵੇਂ ਮਨ ਸੂਖਸ਼ਮ ਹੈ, ਇੰਨਾ ਜ਼ਿਆਦਾ ਸੂਖਮ ਹੈ ਕਿ ਇਹਨੂੰ ਨੇਤਰਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਕੋਈ ਮਨੁੱਖ ਦਾਅਵਾ ਨਹੀਂ ਕਰ ਸਕਦਾ ਕਿ ਮਨ ਦੀ ਇਦਾਂ ਦੀ ਸ਼ਕਲ ਹੈ, ਇਦਾਂ ਦਾ ਆਕਾਰ ਹੈ। ਕੋਈ ਮਨੁੱਖ ਇਹ ਦਾਅਵਾ ਨਹੀਂ ਕਰ ਸਕਦਾ। ਤੇ ਜਿਵੇਂ ਮਨ ਸੂਖਸ਼ਮ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹੀ ਦਾ ਬਖਸ਼ਿਆ ਹੋਇਆ ਸ਼ਬਦ ਵੀ ਸੂਖਸ਼ਮ ਹੈ। ਇਹ ਸੂਖਮ ਮਨ ਨੂੰ ਸੂਖਮ ਸ਼ਬਦ ਦੁਆਰਾ ਹੀ ਸਾਧ ਸੰਗਤ ਜੀ ਤਬਦੀਲ ਕੀਤਾ ਜਾ ਸਕਦਾ, ਭਾਵ ਚੰਗੇ ਪਾਸੇ ਲਗਾਇਆ ਜਾ ਸਕਦਾ ਹੈ। ਨਹੀਂ ਤਾਂ ਮਨ ਹਰ ਸਮੇਂ ਮਨ ਆਈਆਂ ਕਰਦਾ ਹੈ, ਹਰ ਸਮੇਂ ਜੀਵ ਮਨਮਤਾਂ ਕਰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜ਼ਿੰਦਗੀ ਵਿੱਚ ਭਟਕਦਾ ਰਹਿੰਦਾ ਹੈ। ਤਾਂ ਹੀ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਹੇ ਜੀਵਾ,
ਜੇ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇ, ਤੈਨੂੰ ਨਿਸ਼ਚੈ ਹੋ ਜਾਵੇਗਾ ਕਿ ਪ੍ਰਮਾਤਮਾ ਮੇਰੇ ਨੇੜੇ ਵਸਦਾ ਹੈ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਸਹਿਤ ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕੀਤਾ ਹੈ, ਤਿਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਪ੍ਰਮਾਤਮਾ ਸਾਡੇ ਹੱਥਾਂ ਪੈਰਾਂ, ਇਹਨਾਂ ਇੰਦਰੀਆਂ ਤੋਂ ਵੀ ਨੇੜੇ ਵਸਦਾ ਹੈ। ਹਰ ਸਮੇਂ ਸਾਡੇ ਕਰਮਾਂ ਨੂੰ ਦੇਖਦਾ ਹੈ। ਇਹ ਜੀਵ ਜਿੱਦਾਂ ਦੇ ਚੰਗੇ ਮੰਦੇ ਕਰਮ ਕਰਦੇ, ਹਰ ਸਮੇਂ ਦੇਖਦਾ, ਹਰ ਸਮੇਂ ਸੁਣਦਾ ਹੈ, ਕਿਉਂਕਿ ਉਹ ਪ੍ਰਮਾਤਮਾ ਸਰਬ ਵਿਆਪਕ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਫਰਮਾਨ ਕਰਦੇ ਆ, ਹੇ ਜੀਵ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਜੀ ਦੇ ਉਪਦੇਸ਼ ਸਰਵਣ ਕਰਨ ਦੇ ਨਾਲ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਵਸ ਜਾਂਦੀ ਹੈ। ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਜੇ ਕਿਤੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਭਾਵਨਾ ਦੇ ਨਾਲ ਸਰਵਣ ਕਰ ਲੈਂਦਾ ਹੈ। ਹੇ ਜੀਵ, ਉਪਦੇਸ਼ ਹੀ ਮਹਾਰਾਜ ਸਾਹਿਬ ਜੀ ਦਾ ਤੇਰੇ ਨਾਲ ਨਿਭਣ ਵਾਲਾ ਹੈ। ਹੋਰ ਜਿਨ੍ਹਾਂ ਦੇ ਨਾਲ ਤੂੰ ਮੇਰ ਕਰਦਾ ਹੈ, ਬਾਰ-ਬਾਰ ਮੇਰ ਜਤਾਉਂਦਾ ਰਹਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ, ਕੇਵਲ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੇ ਤੇਰੇ ਨਾਲ ਨਿਭਣਾ ਹੈ। ਐਸੇ ਗਰੀਬ ਨਵਾਜ਼ ਸਤਿਗੁਰੂ ਜੀ ਦੇ ਉਪਦੇਸ਼ ਦੇ ਵਿੱਚ ਭਾਰੀ ਸ਼ਕਤੀ ਹੈ। ਤੇ ਮਨ ਨੂੰ ਸਤ ਸੰਗਤ ਜੀ ਸ਼ਬਦ ਦੀ, ਮਹਾਰਾਜ ਜੀ ਦੇ ਉਪਦੇਸ਼ ਦੀ ਸ਼ਕਤੀ ਜਿਹੜੀ ਤਬਦੀਲ ਕਰ ਸਕਦੀ ਹੈ। ਨਹੀਂ ਤਾਂ ਮਨ ਦਾ ਸੁਭਾਅ ਹਰ ਸਮੇਂ ਮਾੜੇ ਪਾਸੇ ਭੱਜਦਾ ਹੈ, ਹਰ ਸਮੇਂ ਢਲਿਆਈ ਵਾਲੇ ਪਾਸੇ ਦੌੜਦਾ ਹੈ। ਇਦਾਂ ਦੀ ਮਨ ਦੀ ਹਾਲਤ ਹੈ। ਤੋ ਗਰੀਬ ਨਵਾਜ਼ ਸਤਿਗੁਰੂ ਜੀ ਨੇ ਜਿਵੇਂ ਪਾਵਨ ਸ਼ਬਦ ਰਾਹੀਂ ਸਾਨੂੰ ਉਪਦੇਸ਼ ਦਿੱਤਾ ਹੈ, ਸਾਧ ਸੰਗਤ ਜੀ ਪਿਆਰ ਦੇ ਸਹਿਤ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਤਿਤ ਪਾਵਨ ਮਾਧਵ ਬਿਰਦ ਤੇਰਾ। ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦੀ ਵਿਚਾਰ ਹੈ। ਧਨਾਸਰੀ ਰਾਗ ਦੇ ਅੰਦਰ ਜਿਵੇਂ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪੰਜ ਸ਼ਬਦ ਆਏ ਸਨ, ਇਸੇ ਤਰ੍ਹਾਂ ਪੰਜ ਸ਼ਬਦਾਂ ਦੀ ਵਿਚਾਰ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਜੋ ਅੱਜ ਦਾ ਅਖੀਰਲਾ ਸ਼ਬਦ ਹੈ, ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਅਕਾਲ ਪੁਰਖ ਪ੍ਰਮਾਤਮਾ ਦਾ ਬਿਰਦ ਕਿਹੋ ਜਿਹਾ ਹੈ, ਪ੍ਰਮਾਤਮਾ ਦਾ ਧਰਮ ਕਿਹੋ ਜਿਹਾ ਹੈ, ਕਿਹੋ ਜਿਹਾ ਸੁਭਾਅ ਹੈ ਪਰਮੇਸ਼ਰ ਦਾ। ਸੱਚੇ ਪਾਤਸ਼ਾਹੀ ਦੇ ਬੇਅੰਤ ਬਚਨ ਹਨ ਗੁਰਬਾਣੀ ਵਿੱਚ। ਕਿਤੇ ਪ੍ਰਮਾਤਮਾ ਨੂੰ ਮਿਹਰਬਾਨ ਆਖਿਆ ਹੈ, ਕਿਤੇ ਦਇਆਵਾਨ ਦਇਆਲੂ ਆਖਿਆ ਹੈ ਕਿ ਪਰਮੇਸ਼ਰ ਦਇਆ ਦਾ ਘਰ ਹੈ। ਕਿਤੇ ਪ੍ਰਮਾਤਮਾ ਨੂੰ ਕਿਰਪਾਲਤਾ ਕਰਨ ਵਾਲਾ ਕਿਰਪਾ ਦਾ ਘਰ ਆਖਿਆ ਹੈ। ਕਿਤੇ ਪ੍ਰਮਾਤਮਾ ਨੂੰ ਗਰੀਬ ਨਵਾਜ਼ ਆਖਿਆ ਹੈ, ਕਿਤੇ ਦੀਨਾ ਬੰਧੂ ਆਖਿਆ ਹੈ। ਐਸਾ ਉਹ ਪ੍ਰਮਾਤਮਾ ਹੈ। ਬੇਅੰਤ ਤਰ੍ਹਾਂ ਕਰਕੇ ਪਰਮੇਸ਼ਰ ਦੀ ਵਡਿਆਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਔਰ ਪਰਮੇਸ਼ਰ ਦਾ ਬਿਰਦ ਭਾਵ ਧਰਮ ਕਿਦਾਂ ਦਾ, ਪ੍ਰਮਾਤਮਾ ਦਾ ਸੁਭਾਅ ਕਿਹੋ ਜਿਹਾ ਹੈ ਪਰਮੇਸ਼ਰ ਦਾ। ਸਾਧ ਸੰਗਤ ਜੀ ਬੜਾ ਹੀ ਦਇਆਵਾਨ, ਜੀਵਾਂ ਤੇ ਤਰਸ ਕਰਨ ਵਾਲਾ, ਮਿਹਰ ਕਰਨ ਵਾਲਾ, ਇਦਾਂ ਦਾ ਪ੍ਰਮਾਤਮਾ ਦਾ ਸੁਭਾਅ ਹੈ ਕਿ ਅਕਿਰਤ ਕਣਾਂ ਨੂੰ ਵੀ ਪ੍ਰਮਾਤਮਾ ਰੋਜੀ ਰੋਟੀ ਦੇ ਜਾਂਦਾ, ਉਹਨਾਂ ਦੀ ਵੀ ਪਰਵਰਿਸ਼ ਕਰਦਾ ਪਿਆ ਹੈ। ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ੇਂਦਾ। ਸੰਸਾਰ ਦੀ ਵਿੱਤ ਇਦਾਂ ਦੀ ਹੈ ਸੰਗਤ ਜੀ, ਜੇਕਰ ਕੋਈ ਕਿਸੇ ਦਾ ਅਹਿਸਾਨ ਭੁਲਾ ਦੇਵੇ ਤੇ ਕਿਹਾ ਜਾਂਦਾ ਹੈ ਕਿ ਤੂੰ ਬੜਾ ਵੱਡਾ ਅਕਿਰਤ ਕਣ ਹੈ। ਕਿਸੇ ਨੇ ਸਾਡੀ ਕੋਈ ਮਦਦ ਕੀਤੀ ਹੋਵੇ
ਉਹਦਾ ਉਪਕਾਰ, ਉਹਦਾ ਕੀਤਾ ਹੋਇਆ ਅਹਿਸਾਨ ਅਸੀਂ ਭੁਲਾ ਦਈਏ। ਤੇ ਅੱਗੋਂ ਉਹ ਮਨੁੱਖ ਕਹਿੰਦਾ ਹੈ ਕਿ ਤੂੰ ਬੜਾ ਵੱਡਾ ਅਕਿਰਤ ਕਣ ਹੈ। ਜਦੋਂ ਤੈਨੂੰ ਲੋੜ ਸੀ ਨਾ, ਔਕੜ ਦਾ ਸਮਾਂ ਸੀ, ਮੈਂ ਤੇਰੇ ਨਾਲ ਨਿਭਿਆ, ਮੈਂ ਤੇਰੀ ਸਹਾਇਤਾ ਕੀਤੀ ਸੀ, ਪਰ ਅੱਜ ਤੂੰ ਮੈਨੂੰ ਕਵਾਉਂਦਾ ਵੀ ਨਹੀਂ ਹੈ, ਅੱਜ ਤੂੰ ਮੈਨੂੰ ਬੁਲਾਉਣ ਤੋਂ ਵੀ ਗਿਆ। ਤੂੰ ਬੜਾ ਵੱਡਾ ਅਕਿਰਤ ਕਣ ਹੈ। ਤੇਰੇ ਵਰਗਾ ਅਕਿਰਤ ਕਣ ਕੋਈ ਨਹੀਂ ਇਸ ਸੰਸਾਰ ਭਰ ਦੇ ਅੰਦਰ। ਤੇ ਸਾਧ ਸੰਗਤ ਜੀ, ਅਕਿਰਤ ਕਣ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁਲਾ ਦਿੰਦਾ ਹੈ। ਤੇ ਜੇ ਵਿਚਾਰ ਕੀਤੀ ਜਾਵੇ ਕਿ ਪ੍ਰਮਾਤਮਾ ਨੇ ਕਿੰਨੇ ਸਾਡੇ ਤੇ ਉਪਕਾਰ ਕੀਤੇ ਆ, ਗਿਣੇ ਨਹੀਂ ਜਾ ਸਕਦੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਪਰਮੇਸ਼ਰ ਦੇ ਸਾਡੇ ਉੱਪਰ ਉਪਕਾਰ ਹਨ। ਤੇ ਪ੍ਰਮਾਤਮਾ ਦੇ ਕੀਤੇ ਹੋਏ ਉਪਕਾਰਾਂ ਨੂੰ ਕਦੇ ਵੀ ਜੀਵ ਯਾਦ ਨਹੀਂ ਕਰਦਾ, ਅਸੀਂ ਕਦੇ ਧੰਨਵਾਦ ਵੀ ਨਹੀਂ ਕਰਦੇ। ਤੇ ਸਾਧ ਸੰਗਤ ਜੀ, ਸਾਡੇ ਵਰਗਾ ਅਕਿਰਤ ਕਣ ਹੋਰ ਕੌਣ ਹੋ ਸਕਦਾ ਸੰਸਾਰ ਦੇ ਅੰਦਰ? ਜਿਹੜਾ ਜੀਵ ਪ੍ਰਮਾਤਮਾ ਦੇ ਉਪਕਾਰਾਂ ਨੂੰ ਚੇਤੇ ਨਹੀਂ ਕਰਦਾ, ਪਰਮੇਸ਼ਰ ਦੀਆਂ ਬਖਸ਼ੀਆਂ ਹੋਏ ਦਾਤਾਂ ਦਾ ਕਦੇ ਸ਼ੁਕਰਗੁਜ਼ਾਰ ਨਹੀਂ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਤਿੰਨਾਂ ਨੂੰ ਧਰਤੀ ਤੇ ਬੋਝ ਆਖਿਆ ਹੈ। ਬੋਝ ਹੈ, ਕਹਿੰਦੇ ਧਰਤੀ ਨੂੰ ਕਿਸੇ ਦਾ ਭਾਰ ਨਹੀਂ ਲੱਗਦਾ। ਕਿੰਨੇ ਵੱਡੇ ਵੱਡੇ ਦਰਿਆ, ਨਹਿਰਾਂ, ਸਮੁੰਦਰ, ਕਿੰਨਾ ਉਹਨਾਂ ਦਾ ਪਾਣੀ ਹੈ, ਅਣਗਿਣਤੀ ਜੀਵ ਜੰਤੂ ਹਨ, ਅਣਗਿਣਤ ਹੀ ਸਾਧ ਸੰਗਤ ਜੀ ਬਨਸਪਤੀ ਦੇ ਰੁੱਖ ਹੈ, ਫਲਾਂ ਦੇ ਨਾਲ, ਫੁੱਲਾਂ ਦੇ ਨਾਲ ਭਰੇ ਪਏ, ਕਿੰਨਾ ਕਿੰਨਾ ਉਹਨਾਂ ਦਾ ਭਾਰ ਹੈ। ਫਿਰ ਉੱਚੇ ਉੱਚੇ ਆਕਾਸ਼ ਨੂੰ ਛੂੰਹਦੇ ਹੋਏ ਵੱਡੇ ਵੱਡੇ ਪਰਬਤ ਹਨ ਧਰਤੀ ਦੇ ਉੱਪਰ, ਪਰ ਧਰਤੀ ਕਹਿੰਦੀ ਮੈਨੂੰ ਕਿਸੇ ਦਾ ਭਾਰ ਨਹੀਂ ਲੱਗਦਾ। ਬਸ ਇੱਕ ਮਨੁੱਖ ਦਾ ਭਾਰ ਲੱਗਦਾ ਹੈ, ਉਹ ਹੈ ਅਕਿਰਤ ਕਣ। ਧਰਤੀ ਆਪ ਮਹਾਰੇ ਹੋ ਕਰਕੇ ਕਹਿੰਦੀ ਕੋ ਮੇਰੇ ਉੱਪਰ ਬੋਝ ਹੈ, ਭਾਰ ਮੈਨੂੰ ਲੱਗਦਾ ਹੈ। ਜਿਹੜਾ ਰੱਬ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ, ਪਰਮੇਸ਼ਰ ਦੀਆਂ ਦਿੱਤੀਆਂ ਹੋਏ ਦਾਤਾਂ ਦਾ ਕਦੇ ਸ਼ੁਕਰਗੁਜ਼ਾਰ ਨਹੀਂ ਹੁੰਦਾ, ਉਹ ਮੇਰੇ ਉੱਪਰ ਬੋਝ ਬਣ ਕਰਕੇ ਬੈਠਾ ਹੋਇਆ। ਭਾਰੇ ਭੋਏ ਅਕਿਰਤ ਕਣ ਮੰਦੇ ਹੋ ਮੰਦੇ, ਤੇ ਫਿਰ ਮੰਦਿਆਂ ਤੋਂ ਵੀ ਮੰਦਾ ਉਹਨਾਂ ਨੂੰ ਆਖਿਆ ਜਿਹੜਾ ਪ੍ਰਮਾਤਮਾ ਦਾ ਧੰਨਵਾਦ ਨਹੀਂ ਕਦੇ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਬਿਰਦ ਤਾਂ ਇਹ ਹੈ, ਉਹ ਪ੍ਰਮਾਤਮਾ ਦਇਆਲਤਾ ਕਰਨ ਵਾਲਾ ਹੈ, ਕਿਰਪਾਲਤਾ ਕਰਨ ਵਾਲਾ ਹੈ, ਮਿਹਰਾਂ ਦੇ ਕਰਨ ਵਾਲਾ, ਮਿਹਰਬਾਨ ਹੈ। ਪਰ ਇਹ ਜੀਵ ਕਦੇ ਵੀ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਹੁੰਦਾ। ਜੇ ਪ੍ਰਮਾਤਮਾ ਦਾ ਧਰਮ ਹੈ ਤੇ ਜੀਵ ਦਾ ਵੀ ਤਾਂ ਧਰਮ ਬਣਦਾ ਹੀ ਹੈ ਨਾ ਕਿ ਰੱਬ ਦਾ ਸ਼ੁਕਰ ਕਰੇ, ਪ੍ਰਮਾਤਮਾ ਦਾ ਸਿਮਰਨ ਕਰੇ, ਰੱਬ ਦਾ ਧੰਨਵਾਦ ਕਰਿਆ ਕਰੇ। ਜੇ ਉਸ ਪ੍ਰਮਾਤਮਾ ਦਾ ਧਰਮ ਹੈ, ਪਰਮੇਸ਼ਰ ਦੀ ਮਰਜ਼ਾਦਾ ਹੈ, ਤੇ ਜੀਵ ਦੀ ਵੀ ਕੋਈ ਨਾ ਕੋਈ ਪ੍ਰਮਾਤਮਾ ਨੇ ਮਰਜ਼ਾਦਾ ਬਣਾਈ ਹੋਈ ਹੈ। ਸੰਸਾਰ ਦੇ ਵਿੱਚ ਆਉਣ ਦਾ ਮਨੋਰਥ ਕੀ ਹੈ? ਕਿਵੇਂ ਲਾਭ ਖੜ ਸਕਦਾ ਹੈ ਜ਼ਿੰਦਗੀ ਤੋਂ? ਇਹ ਕੀ ਕਰਮ ਕਰਦਾ ਪਿਆ, ਇਹਨੂੰ ਕਰਨਾ ਕੀ ਚਾਹੀਦਾ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਕੁਝ ਦੇ ਜੀਵ ਭੁੱਲ ਚੁੱਕਾ, ਅਕਿਰਤ ਕਣ ਬਣਿਆ ਹੈ। ਪਰ ਪਰਮੇਸ਼ਰ ਦਾ ਬਿਰਦ ਕੈਸਾ ਹੈ? ਭਗਤ ਨਾਮਦੇਵ ਜੀ ਕਹਿੰਦੇ ਪਤਿਤ ਪਾਵਨ ਮਾਧਵ ਬਿਰਦ ਤੇਰਾ। ਮਾਧਵ ਕਹਿੰਦੇ ਨੇ ਮਾਇਆਪਤੀ ਨੂੰ। ਉਹ ਅਕਾਲ ਪੁਰਖ ਪਰਮਾਤਮਾ ਦੀ ਇਹ ਜੜ ਮਾਇਆ ਨੂੰ ਚੇਤਨਤਾ ਦੇਣ ਵਾਲਾ ਪਰਮੇਸ਼ਰ ਮਾਧਵ ਮਾਇਆਪਤੀ ਅਖਵਾਉਂਦਾ ਹੈ। ਜਿਤਨੀ ਵੀ ਸੰਸਾਰ ਦੇ ਅੰਦਰ ਮਾਇਆ ਵੀ ਸ਼ਕਤੀ ਵਰਤ ਰਹੀ ਹੈ ਨਾ, ਇਹ ਪਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ। ਉਸ ਪਰਮਾਤਮਾ ਦਾ ਹੀ ਸਾਰਾ ਪ੍ਰਤਾਪ ਸਭ ਥਾਵਾਂ ਤੇ ਵਰਤਦਾ ਪਿਆ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਤੇਰਾ ਬਿਰਦ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਿਹੜੇ तमाम ਸੰਸਾਰ ਭਰ ਦੇ ਜੀਵ ਪਾਪ ਕਰਮ ਕਰਦੇ ਨੇ, ਜੇ ਕਿਤੇ ਜ਼ਿੰਦਗੀ ਵਿੱਚ ਮਹਾਰਾਜ ਉਹ ਵੀ ਆਪ ਜੀ ਦੀ ਸ਼ਰਨ ਵਿੱਚ ਆ ਜਾਂਦੇ, ਉਹਨਾਂ ਨੂੰ ਵੀ ਤੁਸੀਂ ਪਵਿੱਤਰ ਕਰ ਦਿੰਦੇ ਹੋ। ਐਸਾ ਮਹਾਰਾਜ ਆਪ ਜੀ ਦਾ ਬਿਰਦ ਹੈ। ਹਜੂਰ ਦਾ ਅਸੀਂ ਮੁੱਖ ਵਾਕ ਪੜ੍ਹਦੇ ਹਾਂ ਗੁਰਬਾਣੀ ਵਿੱਚ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਜੋ ਤੋਂ ਭਾਵ ਜਿਹੜਾ ਕੋਈ ਵੀ ਸੰਸਾਰ ਦਾ, ਸ੍ਰਿਸ਼ਟੀ ਦਾ ਕੋਈ ਵੀ ਜੀਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸੱਚੇ ਪਾਤਸ਼ਾਹ ਜੀ ਉਹਨੂੰ ਘੁੱਟ ਕੇ ਆਪਣੇ ਗਲ ਦੇ ਨਾਲ ਲਗਾ ਲੈਂਦੇ ਹਨ। ਇਹ ਮਹਾਰਾਜ ਜੀ ਦਾ ਬਿਰਦ ਹੈ। ਤੇ ਇਹਦੇ ਵਿੱਚ ਇਹ ਤਾਂ ਨਹੀਂ ਨਾ ਕਿਹਾ ਕਿ ਇਕੱਲਾ ਸਿੱਖਾਂ ਦੇ ਪ੍ਰਤੀ ਉਚਾਰਨ ਕੀਤਾ, ਨਹੀਂ, ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਜਾਤ ਦਾ ਕੋਈ ਵੀ ਪ੍ਰਾਣਾ ਧਾਰੀ ਜੀਵ
ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਂਦਾ, ਆਪਣੀਆਂ ਭੁੱਲਾਂ ਬਖਸ਼ਾ ਲੈਂਦਾ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲੈਂਦੇ ਹਨ। ਸਾਧ ਸੰਗਤ ਜੀ, ਇਹ ਅੱਜ ਤੋਂ ਨਹੀਂ ਹੈ, ਆਦਿ ਕਾਲ ਤੋਂ ਇਸ ਸੰਸਾਰ ਦੇ ਅੰਦਰ ਪਰਮੇਸ਼ਰ ਦੀ ਕਾਇਮ ਕੀਤੀ ਹੋਈ ਮਰਜ਼ਾਦਾ ਹੈ। ਜਿਸ ਨੇ ਵੀ ਭਾਵੇਂ ਜ਼ਿੰਦਗੀ ਵਿੱਚ ਪਾਪ ਕਰਮ ਵੀ ਕੀਤੇ ਹੈ, ਬੜਾ ਵੱਡਾ ਪਾਪੀ ਪਤਿਤ ਕਿਹਾ ਜਾਂਦਾ ਹੈ, ਪਰ ਜੇ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕੀਤੀ, ਮਹਾਰਾਜ ਸਾਹਿਬ ਜੀ ਨੇ ਉਹਦੇ ਗੁਨਾਹਾਂ ਨੂੰ ਨਾ ਚਿਤਾਰਦਿਆਂ ਹੋਇਆ ਬਖਸ਼ ਕਰਕੇ ਆਪਣੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਲਗਾ ਦੇਣਾ ਕੀਤਾ। ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ, ਹਾਥ ਦੇ ਰੱਖੇ ਆਪਣੇ ਕੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਦੀ ਵੀ ਕਰਦਾ, ਜਿਹੜਾ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ ਹੈ। ਕਿਉਂਕਿ ਜੇ ਕਰਮਾਂ ਦਾ ਹਿਸਾਬ ਕਰੇ ਸੰਗਤ ਜੀ, ਕਦੇ ਵੀ ਅਸੀਂ ਬੱਧੇ ਨਹੀਂ ਛੁੱਟ ਸਕਦੇ, ਕਦਾ ਚਿਤ ਵੀ। ਇੱਕ ਜਨਮ ਤਾਂ ਕਿ ਲੱਖਾਂ ਜਨਮ ਧਾਰਨ ਵੀ ਕਰ ਲਈਏ ਨਾ, ਫਿਰ ਵੀ ਅਸੀਂ ਸਾਧ ਸੰਗਤ ਜੀ ਕਦੇ ਸੁਰਖਰੂ ਨਹੀਂ ਹੋ ਸਕਦੇ, ਕਦੇ ਵੀ ਅਸੀਂ ਕਰਮਾਂ ਤੋਂ ਖੇੜਾ ਨਹੀਂ ਛਡਾ ਸਕਦੇ, ਜੇ ਕਿਤੇ ਕਰਮਾਂ ਦਾ ਹਿਸਾਬ ਕਿਤਾਬ ਕਰਾਉਣ ਲੱਗ ਪਈਏ। ਕਿਉਂਕਿ ਕਦਮ ਕਦਮ ਤੇ ਪਤਾ ਨਹੀਂ ਕਿੰਨੀਆਂ ਕੋ ਅਸੀਂ ਭੁੱਲਾਂ ਕਰਦੇ ਹਾਂ, ਪਤਾ ਨਹੀਂ ਕਿੰਨਾ ਕੋ ਅਸੀਂ ਸਾਧ ਸੰਗਤ ਜੀ ਪਾਪ ਕਰਦੇ ਹਾਂ, ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿੰਨੇ ਕੁ ਸਾਡੇ ਤੋਂ ਪਾਪ ਕਰਮ ਹੋ ਜਾਂਦੇ ਆ, ਕਿੰਨਾ ਕਿੰਨਾ ਭਾਰੀ ਨਿਰਾਦਰ ਸਾਡੇ ਤੋਂ ਹੋ ਜਾਂਦਾ ਹੈ, ਕੋਰ ਬੇਅਦਬੀਆਂ ਸਾਡੇ ਤੋਂ ਹੋ ਜਾਂਦੀਆਂ, ਤੇ ਸਾਰਾ ਪਾਪ ਕਰਮਾਂ ਦਾ ਜਿੰਨਾ ਵੀ ਭਾਰ ਸਾਡੇ ਸਿਰ ਹੀ ਲੱਗਦਾ, ਹੋਰ ਕਿਸੇ ਦੇ ਥੋੜਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਬੇਨਤੀ ਕਰਨ ਦੀ ਇਜਾਜ਼ਤ ਸਿਖਾਈ ਹੈ, ਜੀਵ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਿਆ ਕਰ, ਸੱਚੇ ਪਾਤਸ਼ਾਹ ਲੇਖੈ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਜੀ ਸਾਡਾ ਤੁਸੀਂ ਲੇਖਾ ਕਰੋਗੇ, ਕਦੇ ਵੀ ਮਹਾਰਾਜ ਅਸੀਂ ਬੱਧੇ ਨਹੀਂ ਛੁੱਟ ਸਕਾਂਗੇ, ਕਦੇ ਮਹਾਰਾਜ ਅਸੀਂ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਹੀ ਨਹੀਂ ਸਕਾਂਗੇ। ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ ਲਓ, ਤਾਂ ਹੀ ਅਸੀਂ ਬਖਸ਼ੇ ਜਾ ਸਕਦੇ ਹਾਂ। ਇੱਕ ਹੁੰਦਾ ਸਾਧ ਸੰਗਤ ਜੀ ਕਿਸੇ ਦੇ ਕੀਤੇ ਹੋਏ ਗੁਨਾਹ ਨੂੰ ਬਖਸ਼ ਦੇਣਾ, ਦੂਜਾ ਹੁੰਦਾ ਉਹਨੂੰ ਸਜ਼ਾ ਦੇ ਕਰਕੇ ਭੁਗਤਾ ਕੇ ਫਿਰ ਉਹਨੂੰ ਮੁਆਫ ਕਰਨਾ, ਕਿ ਪੂਰਾ ਪੂਰਾ ਜਿੱਦਾਂ ਦੇ ਉਹਨੇ ਕਰਮ ਕੀਤੇ ਉਦਾਂ ਦਾ ਪਹਿਲਾਂ ਉਹਨੂੰ ਫਲ ਭੁਗਤਾਉਣਾ। ਜਿੰਨੇ ਮਾੜੇ ਕਰਮ ਕੀਤੇ, ਜਿੰਨੇ ਪਾਪ ਕਰਮ ਕੀਤੇ, ਉਹਨਾਂ ਦਾ ਫਲ ਪਹਿਲਾਂ ਭੁਗਤਾਉਣਾ, ਕਿ ਇੰਨੇ ਜਨਮ, ਇੰਨਾ ਸਮਾਂ, ਇੰਨੀਆਂ ਜੂਨਾਂ ਦੇ ਵਿੱਚ ਭਟਕ ਕਰਕੇ ਆ, ਫਿਰ ਤੈਨੂੰ ਬਖਸ਼ਾਂਗੇ। ਤੇ ਇੱਕ ਉਹ ਸਾਧ ਸੰਗਤ ਜੀ ਮਹਾਰਾਜ ਜੀ ਦਾ ਬਿਰਧ ਹੈ, ਕੋਈ ਭਾਵਨਾ ਦੇ ਨਾਲ ਜੀਵ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਂਦਾ ਹੈ, ਤਤਕਾਲ ਉਸੇ ਸਮੇਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਤੇ ਹੋਏ ਗੁਨਾਹਾਂ ਨੂੰ ਨਾ ਚਿਤਾਰਦੇ ਹੋਏ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ। ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ ਕਵਿਤਾ ਦੇ ਅੰਦਰ, ਕੁਝ ਪ੍ਰਮਾਣ ਦੇ ਕਰਕੇ ਤੇ ਇਹਨਾਂ ਨੇ ਸਮਝਾਇਆ ਕਿ ਸੱਚੇ ਪਾਤਸ਼ਾਹੀ ਦਾ ਬਿਰਧ ਕਿੰਨਾ ਲਾਹੇਵੰਦ ਹੈ, ਕਿੰਨੀ ਭਾਰੀ ਵਡਿਆਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਕੋਈ ਜੀਵ ਭਾਵਨਾ ਦੇ ਨਾਲ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕਰਕੇ ਤਾਂ ਦੇਖੇ, ਐਵੇਂ ਦੂਰੋਂ ਹੀ ਅਵੇਸਲਾ ਹੋ ਕਰਕੇ ਰਹਿੰਦਾ, ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਹਿੰਦਾ ਹੈ। ਮਹਾਰਾਜ ਦੀ ਸ਼ਰਨ ਵਿੱਚ ਆ ਕਰਕੇ ਤਾਂ ਇਹ ਜੀਵ ਤੂੰ ਦੇਖ, ਕਹਿੰਦੇ ਹਨ ਕਿ ਜਿਵੇਂ ਬੱਚਾ ਧਰਤੀ ਤੇ ਖੇਡਦਾ ਹੈ ਨਾ, ਸਾਧ ਸੰਗਤ ਜੀ ਉਹ ਅਗਿਆਤ ਹੋਣੇ ਕਰਕੇ ਵੀ ਸਮਝ ਹੋਣੇ ਕਰਕੇ ਬਾਲਕ ਹੈ, ਬੱਚਾ ਹੈ, ਨਾਦਾਨ ਹੈ, ਧਰਤੀ ਤੇ ਖੇਡਦਾ ਰਿੜਦਾ ਹੋਇਆ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾਂਦਾ ਹੈ। ਕਹਿੰਦੇ ਹਨ ਕਿ ਜੇਕਰ ਉਹ ਬੱਚਾ ਖੇਡਦਾ ਹੋਇਆ ਹੱਥ ਦੇ ਵਿੱਚ ਸੱਪ ਫੜ ਲਵੇ ਨਾ, ਚਮਕੀਲਾ ਜਿਹਾ ਜਾਣ ਕਰਕੇ ਬੱਚੇ ਦਾ ਸੁਭਾਅ ਹੁੰਦਾ ਹੈ ਕਿ ਬੜੀ ਹੈਰਾਨ ਕਰਨ ਦੇਣ ਵਾਲੀ ਜਿਹੜੀ ਕੋਈ ਸ਼ੈ ਕੋਈ ਸ਼ਕਤੀ ਦੇ ਦੀ ਉਹਦੇ ਵੱਲ ਭੱਜ ਕਰਕੇ ਜਾਂਦਾ ਕਾਹਲੀ ਦੇ ਨਾਲ। ਜੇ ਅੱਗ ਦੀ ਲਾਟ ਹੋਵੇ ਉਧਰ ਨੂੰ ਭੱਜ ਕਰਕੇ ਜਾਂਦਾ, ਪਤਾ ਨਹੀਂ ਹੁੰਦਾ ਕਿ ਮੇਰਾ ਨੁਕਸਾਨ ਹੋ ਜਾਣਾ। ਪਰ ਸਿਆਣੀ ਮਾਂ ਕਦੇ ਰੌਲਾ ਨਹੀਂ ਪਾਉਂਦੀ, ਉਹ ਮਾਂ ਬੜੇ ਪਿਆਰ ਦੇ ਨਾਲ ਪਲੋਸ ਕੇ ਆਪਣੇ ਗਲ ਦੇ ਨਾਲ ਲਾ ਲੈਂਦੀ ਕਿ ਜੇ ਕਿਤੇ ਮੈਂ ਉੱਚੀ ਬੋਲੇ ਤੇ ਹੋ ਸਕਦਾ ਡਰ ਕੇ ਸੱਪ ਡੰਗ ਮਾਰ ਦੇਵੇ ਤੇ ਮੇਰੇ ਬੱਚੇ ਦੀ ਮੌਤ ਹੋ ਜਾਵੇ।
ਪਹਿਲੇ ਇਹ ਉਦਾਹਰਨ ਦਿੱਤੀ ਹੈ, ਜੈਸੇ ਕਰ ਗਹਿਤ ਸਰਬ ਸੁਤ ਪੇਕ ਮਾਤਾ, ਕਹੈ ਨਾ ਪੁਕਾਰ ਫੁਸਲਾਈ ਔਰ ਮੰਡ ਹੈ। ਘੁੱਟ ਕੇ ਕਹਿੰਦੇ ਇਹਨੂੰ ਛਾਤੀ ਦੇ ਨਾਲ ਲਾਉਂਦੀ ਤੇ ਉਹਦਾ ਮੱਥਾ ਚੁੰਮਦੀ ਹੈ। ਦੂਜੀ ਉਦਾਹਰਨ ਦਿੱਤੀ ਹੈ, ਜੈਸੇ ਬੈਤ ਰੋਗੀ ਪ੍ਰਤ ਕਹੈ ਨਾ ਬਿਥਾਰ, ਬ੍ਰਿਥਾ ਸੰਜਮ ਕੈ ਔਖਦ ਖਵਾਏ ਰੋਗ ਡੰਡ ਹੈ। ਜਿਵੇਂ ਕੋ ਰੋਗੀ ਵੈਦ ਦੇ ਕੋਲ ਜਾਵੇ ਤੇ ਸਾਧ ਸੰਗਤ ਜੀ, ਜਿਹੜਾ ਸੂਝਵਾਨ ਵੈਦ ਕੋਈ ਚੰਗਾ ਡਾਕਟਰ ਹੁੰਦਾ ਹੈ ਨਾ, ਸਿਆਣਾ ਡਾਕਟਰ ਜਿਹਨੂੰ ਕਿਹਾ ਜਾਂਦਾ, ਉਹ ਰੋਗੀ ਦਾ ਰੋਗ ਦੇਖ ਕਰਕੇ ਉਹਨੂੰ ਕਦੇ ਡਰਾਉਂਦਾ ਨਹੀਂ ਕਿ ਤੂੰ ਤਾਂ ਮਹਾ ਹੀ ਬਚਾ ਤੇਰਾ ਹੋਣਾ, ਤੂੰ ਕਿੱਦਾਂ ਇੰਨਾ ਸਮਾਂ ਕੱਢ ਗਿਆ, ਇੰਨਾ ਭਿਆਨਕ ਰੋਗ ਤੇਰੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਗਿਆ। ਨਹੀਂ, ਜਿਹੜਾ ਸਿਆਣਾ ਡਾਕਟਰ ਹੁੰਦਾ ਹੈ ਨਾ, ਕਦੇ ਡਰਾਉਂਦਾ ਨਹੀਂ ਹੈ। ਅੱਧਾ ਰੋਗ ਤਾਂ ਸਾਧ ਸੰਗਤ ਜੀ ਰੋਗੀ ਦਾ ਉਦਾਂ ਹੀ ਕੱਟ ਦਿੰਦਾ, ਉਹਨੂੰ ਦਲੇਰੀ ਦੇ ਕਰਕੇ ਕਿ ਇਹ ਕਿਹੜੀ ਕੋਈ ਵੱਡੀ ਗੱਲ ਹੈ, ਬਸ ਹੁਣੇ ਹੀ ਠੀਕ ਹੋ ਜਾਣਾ, ਥੋੜਾ ਹੀ ਸਮਾਂ ਲੱਗਣਾ। ਇਹ ਕਈ ਵਾਰ ਸਾਧ ਸੰਗਤ ਜੀ ਅਜ਼ਮਾ ਕਰਕੇ ਦੇਖਣਾ ਕਿ ਜਿਹੜੇ ਸਿਆਣੇ ਡਾਕਟਰ, ਕੋਈ ਹਕੀਮ, ਕੋਈ ਵੈਦ ਹੁੰਦੇ ਆ ਨਾ, ਉਹ ਗੱਲਾਂ ਬਾਤਾਂ ਕਰਦੇ ਹੋਏ ਹੀ ਬੰਦੇ ਦਾ ਅੱਧਾ ਰੋਗ ਕੱਟ ਦਿੰਦੇ ਆ। ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਹਾਂ ਮੈਂ ਤਾਂ ਬਿਲਕੁਲ ਠੀਕ ਆ। ਕਈ ਵਾਰ ਡਰ ਦੇ ਕਰਕੇ ਮਨੁੱਖ ਜ਼ਿਆਦਾ ਸਾਧ ਸੰਗਤ ਜੀ ਭੈ ਭੀਤ ਹੋਣੇ ਕਰਕੇ ਜ਼ਿਆਦਾ ਦੁਖੀ ਹੋ ਜਾਂਦਾ ਹੈ ਕਿ ਪਤਾ ਨਹੀਂ ਕਿਹੜੀ ਆਫਤ ਮੇਰੇ ਉੱਪਰ ਪੈ ਗਈ ਹੈ। ਇੰਨਾ ਜ਼ਿਆਦਾ ਕਈ ਵਾਰ ਵੱਡਾ ਰੋਗ ਨਹੀਂ ਹੁੰਦਾ, ਜਿਹੜਾ ਡਰ ਦੇ ਕਰਕੇ ਉਹਨੂੰ ਬਹੁਤ ਜ਼ਿਆਦਾ ਵੱਡਾ ਸਮਝਣ ਲੱਗ ਪੈਂਦਾ ਹੈ। ਤੇ ਕਹਿੰਦੇ ਹਨ, ਜੈਸੇ ਬੈਦ ਰੋਗੀ ਪ੍ਰਤ ਕਹੈ ਨਾ ਬਿਥਾਰ, ਬ੍ਰਿਥਾ ਸੰਜਮ ਕੈ ਔਖਦ ਖਵਾਏ ਰੋਗ ਡੰਡ ਹੈ। ਨੇਮ ਦੇ ਨਾਲ, ਸੰਜਮ ਦੇ ਨਾਲ ਦਵਾ ਦਾਰੂ ਖਵਾ ਕਰਕੇ ਨਾ ਰੋਗੀ ਦੇ ਰੋਗ ਨੂੰ ਖੰਡ ਦਿੰਦਾ, ਦੂਰ ਕਰ ਦਿੰਦਾ, ਨਸ਼ਟ ਕਰ ਦਿੰਦਾ ਹੈ। ਤੀਜਾ ਪ੍ਰਮਾਣ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਨੇ, ਜੈਸੇ ਭੂਲ ਚੂਕ ਚਟਿਆ ਕੀ ਨਾਮ ਵਿਚਾਰੈ ਪੰਧਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਬੱਚਾ ਕਹਿੰਦੇ ਜਿਵੇਂ ਪਹਿਲੇ ਦਿਨ ਸਕੂਲ ਦੇ ਵਿੱਚ ਬੱਚਾ ਗਿਆ ਹੋਵੇ ਨਾ, ਤੇ ਸਾਧ ਸੰਗਤ ਜੀ ਉਹ ਬੇਸਮਝ ਹੁੰਦਾ ਹੈ। ਜੇ ਪੜਾਉਣ ਵਾਲੇ ਅਧਿਆਪਕ ਦੀ ਕੁਰਸੀ ਤੇ ਜਾ ਕੇ ਬਹਿ ਜਾਵੇ ਤੇ ਸਿਆਣਾ ਅਧਿਆਪਕ ਉਹਨੂੰ ਮਾਰਨਾ ਕੁੱਟਣਾ ਨਹੀਂ ਸ਼ੁਰੂ ਕਰ ਦਿੰਦਾ, ਜਾਂ ਅਜੋਗ ਸ਼ਬਦ ਬੋਲਣੇ ਨਹੀਂ ਸ਼ੁਰੂ ਕਰ ਦਿੰਦਾ। ਜਿਹੜਾ ਸਿਆਣਾ ਅਧਿਆਪਕ ਹੁੰਦਾ ਹੈ ਨਾ, ਉਹਨੂੰ ਪਤਾ ਹੁੰਦਾ ਕਿ ਨਾਦਾਨ ਹੈ ਬੱਚਾ, ਪਹਿਲੇ ਦਿਨ ਸਕੂਲ ਦੇ ਵਿੱਚ ਆਇਆ, ਇਹਨੂੰ ਸਮਝਾਉਣ ਦਾ ਮੇਰਾ ਫਰਜ਼ ਬਣਦਾ, ਇਹਨੂੰ ਸਮਝਾਵਾਂਗਾ, ਸਮਝ ਆ ਜਾਵੇਗੀ, ਇਹਦੀ ਬੇਸਮਝਤਾ ਖਤਮ ਹੋ ਜਾਵੇਗੀ, ਮੂਰਖਾਂ ਵਾਲੀ ਮੱਤ ਇਹਦੀ ਦੂਰ ਹੋ ਜਾਵੇਗੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਭੂਲ ਚੂਕ ਚਟਿਆ ਕੀ ਨਾ ਵਿਚਾਰੈ ਪਾਂਧਾ। ਪਾਂਧਾ ਕਹਿੰਦੇ ਪੜਾਉਣ ਵਾਲੇ ਨੂੰ, ਟੀਚਰ ਨੂੰ, ਤੇ ਸਾਧ ਸੰਗਤ ਜੀ ਚਟਿਆ ਕਿਹਾ ਜਾਂਦਾ ਬੱਚੇ ਨੂੰ, ਜਿਹੜਾ ਪੜਨ ਵਾਲਾ ਹੁੰਦਾ ਵਿਦਿਆਰਥੀ। ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ, ਉਹਨੂੰ ਸਮਝਾ ਸਮਝਾ ਕੇ ਉਹਦੀ ਮੂਰਖਾਂ ਵਾਲੀ ਮਤ ਖੰਡ ਦਿੰਦਾ, ਨਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਹਨ, ਤੈਸੇ ਪੇਖ ਔਗਨ ਕਹੈ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਿਰਧ ਹੈ ਕਿ ਸਿੱਖ ਭਾਵੇਂ ਲੱਖਾਂ ਪਾਪ ਕਰਮ ਕਰਕੇ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਇਹ ਜੀਵ ਅੱਗੇ ਤੋਂ ਤੋਬਾ ਕਰਦਾ ਕਿ ਮਹਾਰਾਜ ਮੇਰੇ ਤੋਂ ਭੁੱਲਾਂ ਹੋ ਗਈਆਂ ਨੇ ਬਹੁਤ ਜ਼ਿੰਦਗੀ ਦੇ ਵਿੱਚ। ਸੱਚੇ ਪਾਤਸ਼ਾਹ ਹੁਣ ਆਪ ਨੇ ਸੋਝੀ ਬਖਸ਼ੀ ਹੈ ਨਾ ਕਿ ਮਾੜੇ ਕਰਮਾਂ ਦਾ ਫਲ ਮਾੜਾ ਹੀ ਭੋਗਣਾ ਪੈਂਦਾ ਹੈ। ਹੇ ਮਹਾਰਾਜ, ਜੇ ਹੁਣ ਸੋਝੀ ਬਖਸ਼ੀ ਤੇ ਕਿਰਪਾ ਕਰੋ, ਪਿਛਲੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਮਹਾਰਾਜ ਅੱਗੇ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨ ਦੀ ਦਾਤ ਬਖਸ਼ੋ। ਅੱਗੇ ਤੋਂ ਤੋਬਾ ਕਰਦਾ ਮਹਾਰਾਜ, ਭੁੱਲ ਕੇ ਵੀ ਜ਼ਿੰਦਗੀ ਵਿੱਚ ਮੈਂ ਪਾਪ ਕਰਮ ਨਹੀਂ ਕਰਾਂਗਾ, ਭੁੱਲ ਕੇ ਵੀ ਕਿਸੇ ਦਾ ਮਾੜਾ ਨਹੀਂ ਕਰਾਂਗਾ। ਮਹਾਰਾਜ ਪ੍ਰਤੱਖ ਕਰਨਾ ਤਾਂ ਬੜੀ ਦੂਰ ਦੀ ਗੱਲ, ਮਨ ਵਿੱਚ ਕਿਸੇ ਦਾ ਮਾੜਾ ਸੋਚਾਂਗਾ ਵੀ ਨਹੀਂ, ਕੋਈ ਪਾਪ ਕਰਮ ਚਿਤਵਾਂਗਾ ਵੀ ਨਹੀਂ ਆਪਣੇ ਮਨ ਦੇ ਅੰਦਰ। ਇਦਾਂ ਦੀ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਜੀਵ ਦੇ ਔਗਣਾਂ ਨੂੰ ਕਦੇ ਵੀ ਉਤਾਰਦੇ ਨਹੀਂ ਹੈ। ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਉਹਨਾਂ ਨੂੰ ਯਾਦ ਹੋਵੇਗਾ ਜਦੋਂ ਪੰਜ ਪਿਆਰੇ ਸਹਿਬਾਨ ਰਹਿਤ ਮਰਜ਼ਾਦਾ ਦਿੜ ਕਰਵਾਉਂਦੇ ਹਨ, ਅੰਮ੍ਰਿਤ ਛਕਾ ਕਰਕੇ ਮੂਲ ਮੰਤਰ ਗੁਰ ਮੰਤਰ ਦੀ ਦਾਤ ਦੇਣ ਤੋਂ ਬਾਅਦ ਫਿਰ ਮਰਜ਼ਾਦਾ ਦੱਸੀ ਜਾਂਦੀ ਹੈ ਕਿ ਸਿੱਖ ਦੀ ਜੀਵਨ ਦੇ ਵਿੱਚ ਮਰਜ਼ਾਦਾ ਕੀ ਹੈ।
5 ਸੰਸਕਾਰ ਜਿਹੜੇ ਕਰਵਾਏ ਜਾਂਦੇ ਆ ਤੇ ਫਿਰ ਮਰਜ਼ਾਦਾ ਦੱਸਣ ਤੋਂ ਪਹਿਲਾਂ ਪ੍ਰਥਮ ਵਚਨ ਇਹ ਕੀਤਾ ਜਾਂਦਾ, ਖਾਲਸਾ ਜੀ ਤੁਹਾਨੂੰ ਵਧਾਈ ਹੋਵੇ ਕਿਉਂਕਿ ਤੁਹਾਡਾ ਗੁਰੂ ਘਰ ਦੇ ਵਿੱਚ ਅੱਜ ਜਨਮ ਹੋਇਆ ਹੈ। ਇਹ ਵਚਨ ਕੀਤਾ ਜਾਂਦਾ ਪੰਜਾਂ ਪਿਆਰਿਆਂ ਦੇ ਵੱਲੋਂ, ਖਾਲਸਾ ਜੀ ਗੁਰੂ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ, ਗੁਰੂ ਸ਼ਰਨ ਦੇ ਵਿੱਚ ਆਏ ਹੋ, ਪੂਰਬਲੇ ਤੁਹਾਡੇ ਕੀਤੇ ਹੋਏ ਪਾਪ ਕਰਮ ਸਾਰੇ ਮਾਫ, ਅੱਗੇ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨਾ। ਜਿਹੜੇ ਪਹਿਲੀ ਵਾਰ ਪ੍ਰਾਣੀ ਅੰਮ੍ਰਿਤ ਛਕਦੇ ਆ ਉਹਨਾਂ ਦੇ ਲਈ ਵਚਨ ਕੀਤਾ ਜਾਂਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਕਿ ਗੁਰੂ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ, ਪੂਰਬਲੇ ਸਾਰੇ ਪਾਪ ਤੁਹਾਡੇ ਮਾਫ, ਅੱਗੇ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨਾ। ਤੇ ਜਿਨ੍ਹਾਂ ਦੇ ਸਾਰੇ ਸੰਗਤ ਜੀ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਕੇ ਅੰਮ੍ਰਿਤ ਛਕ ਕਰਕੇ ਵੀ ਕਈ ਵਾਰ ਜ਼ਿੰਦਗੀ ਵਿੱਚ ਭੁੱਲਾਂ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਸਾਰੇ ਕਲਯੁਗੀ ਜੀਵ ਭੁੱਲਣ ਹਾਰੇ ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਣ ਹਾਰੇ ਹੈ। ਤੇ ਜੇ ਕੋਈ ਜੀਵਨ ਦੇ ਵਿੱਚ ਭੁੱਲ ਹੋ ਵੀ ਜਾਂਦੀ ਹੈ, ਉਹ ਫਿਰ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋ ਕਰਕੇ ਦੱਸਣਾ ਪੈਂਦਾ ਕਿ ਮਹਾਰਾਜ ਸਾਡੇ ਤੋਂ ਭੁੱਲ ਹੋ ਗਈ ਹੈ, ਕਿਰਪਾ ਕਰਕੇ ਸਾਨੂੰ ਬਖਸ਼ ਲਓ। ਇਹ ਗੁਰੂ ਘਰ ਦੀ ਮਰਜ਼ਾਦਾ ਹੈ ਸੰਗਤ ਜੀ। ਜੇ ਪੰਜਾਂ ਪਿਆਰਿਆਂ ਦੇ ਕੋਲ ਬੇਨਤੀ ਕਰਕੇ ਆਪਣੀ ਭੁੱਲ, ਆਪਣੀ ਜ਼ਿੰਦਗੀ ਦੀਆਂ ਗਲਤੀਆਂ ਬਖਸ਼ਾ ਲਵੇ ਤਾਂ ਬਖਸ਼ਾ ਲਵੇ, ਨਹੀਂ ਤੇ ਅੱਗੇ ਜਾ ਕੇ ਨਹੀਂ ਕਦੇ ਬਖਸ਼ਿਆ ਜਾ ਸਕਦਾ। ਇਹ ਗੁਰੂ ਘਰ ਦੀ ਮਰਜ਼ਾਦਾ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਾਈ ਹੈ। ਭਗਤ ਰਸਨਾ ਦੁਆਰਾ ਹਜੂਰ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਗੁਰਬਾਣੀ ਅੰਦਰ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਹੇ ਜੀਵ, ਤੂੰ ਜਿੰਨੇ ਪਾਪ ਕਰਮ ਕੀਤੇ ਨਾ ਜ਼ਿੰਦਗੀ ਦੇ ਵਿੱਚ, ਪਤਾ ਹੋਣ ਦੇ ਬਾਵਜੂਦ ਵੀ ਤੂੰ ਪਾਪ ਕਰਦਾ। ਇੱਕ ਹੁੰਦੀ ਭੁੱਲ ਹੋ ਜਾਣੀ, ਅਣਜਾਣੇ ਵਿੱਚ ਪਤਾ ਨਾ ਹੋਣਾ। ਇੱਕ ਹੁੰਦਾ ਮਨੁੱਖ ਪਾਪ ਕਰਦਾ ਤੇ ਫਿਰ ਉਹਨਾਂ ਨੂੰ ਛਪਾਉਂਦਾ ਵੀ, ਉਹਦਾ ਪਤਾ ਵੀ ਹੁੰਦਾ ਹੈ ਤੇ ਫਿਰ ਛਪਾਉਂਦਾ ਵੀ ਹੈ। ਜਿਹੜਾ ਅਣਜਾਣੇ ਵਿੱਚ ਹੋ ਜਾਂਦੇ ਉਹ ਵੀ ਸਾਧ ਸੰਗਤ ਜੀ ਕਈ ਵਾਰ ਗਲਤੀ ਮੰਨ ਕਰਕੇ ਮੁਆਫ ਕਰਵਾ ਲਿਆ ਜਾਂਦਾ, ਬਖਸ਼ਾਇਆ ਜਾ ਸਕਦਾ ਹੈ। ਪਰ ਇੱਕ ਪਤਾ ਵੀ ਹੈ ਕਿ ਮੈਂ ਪਾਪ ਕਰਦਾ ਤੇ ਦੂਜਾ ਪਰੋਂ ਤੇ ਪਰਦਾ ਵੀ ਪਾਉਂਦਾ ਪਿਆ ਕਿ ਨਹੀਂ, ਮੈਨੂੰ ਕਿਹੜਾ ਕਿਸੇ ਨੇ ਦੇਖ ਲਿਆ, ਮੇਰੇ ਬਾਬਤ ਤਾਂ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਮੈਂ ਪਾਪ ਕਰਮ ਕੀਤਾ। ਤੇ ਮਹਾਰਾਜ ਕਹਿੰਦੇ ਕਬੀਰ ਜੇਤੇ ਪਾਪ ਕੀ ਰਾਖੇ ਤਲੈ ਦੁਰਾਏ, ਬੜਾ ਉਹਨਾਂ ਨੂੰ ਕਹਿੰਦੇ ਛੁਪਾ ਕਰਕੇ ਰੱਖ ਲਿਆ। ਪਰ ਅੱਗੇ ਧਰਮਰਾਜੇ ਦੀ ਦਰਗਾਹ ਦੇ ਵਿੱਚ ਜਦੋਂ ਚਿੱਤਰਗੁਪਤ ਇਹਨਾਂ ਨੇ ਜਾ ਕਰਕੇ ਸਾਰੇ ਤੇਰੇ ਪਰਦੇ ਜ਼ਾਹਰ ਕਰ ਦਿੱਤੇ ਕਿ ਆਪ ਪਾਪ ਕਰਮ ਕੀਤੇ, ਇੰਨੇ ਚੰਗੇ ਇੰਨੇ ਮੰਦੇ ਕਰਮ ਕੀਤੇ, ਫਿਰ ਉਥੇ ਕਿਵੇਂ ਤੂੰ ਆਪਣੇ ਆਪ ਨੂੰ ਛੁਪਾਵੇਂਗਾ। ਮਹਾਰਾਜ ਜੀ ਗੁਰਬਾਣੀ ਵਿੱਚ ਬਾਰ-ਬਾਰ ਫਰਮਾਨ ਕਰਦੇ ਹਨ, ਧਰਮਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ, ਕਿਹੜਾ ਮੁਖ ਲੈ ਕਰਕੇ ਰੱਬ ਦੇ ਦਰ ਤੇ ਜਾਵੇਂਗਾ। ਹਾਂ, ਜੇ ਇੱਥੇ ਬਖਸ਼ਾ ਲਵੇ ਤਾਂ ਬਖਸ਼ਿਆ ਜਾ ਸਕਦਾ ਹੈ। ਗੁਰੂ ਘਰ ਦੀ ਮਰਜ਼ਾਦਾ ਹੈ, ਕਿਉਂਕਿ ਸੱਚੇ ਪਾਤਸ਼ਾਹੀ ਦਾ ਬਿਰਧ ਹੈ। ਸ਼ਰਨ ਆਏ ਦੇ ਔਗਣਾਂ ਨੂੰ ਨਹੀਂ ਮਹਾਰਾਜ ਸਾਹਿਬ ਜੀ ਕਦੇ ਵੀ ਚਿਤਾਰਦੇ। ਤਾਂ ਹੀ ਮਹਾਰਾਜ ਜੀ ਨੇ ਬਚਨ ਕੀਤਾ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਆਪਣਾ ਬਿਰਧ ਜਾਣ ਕਰਕੇ, ਧਰਮ ਜਾਣ ਕਰਕੇ ਕਿ ਜਿਹੜਾ ਵੀ ਕੋਈ ਜੀਵ ਭਾਵੇਂ ਪਾਪੀ ਹੈ ਚਾਹੇ ਪੁੰਨੀ ਹੈ, ਗੁਣਵਾਨ ਚਾਹੇ ਔਗਣ ਹਾਰੈ, ਜੇ ਸ਼ਰਨ ਵਿੱਚ ਆ ਜਾਂਦਾ ਤੇ ਸੱਚੇ ਪਾਤਸ਼ਾਹ ਮਹਾਰਾਜ ਜ਼ਰੂਰ ਪਰ ਜ਼ਰੂਰ ਉਸ ਜੀਵ ਨੂੰ ਬਖਸ਼ ਹੀ ਲੈਂਦੇ ਹਨ। ਸਾਧ ਸੰਗਤ ਜੀ, ਮਹਾਰਾਜ ਜੀ ਦਾ ਵਿਚਿੱਤਰ ਇਤਿਹਾਸ ਪੜ੍ਹ ਕਰਕੇ ਦੇਖੀਏ। ਇੱਕ ਨਹੀਂ ਬੇਅੰਤ ਜੀਵਾਂ ਪਾਪੀਆਂ ਨੂੰ ਮਹਾਰਾਜ ਸਾਹਿਬ ਜੀ ਨੇ ਤਾਰਿਆ, ਭਾਵ ਸਾਗਰ ਤੋਂ ਤਾਰਨਾ ਕੀਤਾ। ਬੇਅੰਤ ਜੀਵਾਂ ਦੇ ਗੁਨਾਹਾਂ ਨੂੰ ਨਾ ਚਿਤਾਰਦੇ ਹੋਏ ਸੱਚੇ ਪਾਤਸ਼ਾਹ ਜੀ ਨੇ ਪਤਿਤ ਪਾਪੀਆਂ ਨੂੰ ਪਵਿੱਤਰ ਬਣਾ ਦੇਣਾ ਕੀਤਾ। ਕਿੰਨੇ ਕਿੰਨੇ ਜ਼ਿੰਦਗੀ ਪਰ ਭਾਵੇਂ ਤਿਨਾਂ ਨੇ ਪਾਪ ਕਰਮ ਕੀਤੇ, ਪਰ ਮਹਾਰਾਜ ਸਾਹਿਬ ਜੀ ਨੇ ਐਸਾ ਉਪਦੇਸ਼ ਦਿੱਤਾ, ਐਸੇ ਨਾਮ ਦੀ ਦਾਤ ਪ੍ਰਪੱਕ ਕਰਨਾ ਕੀਤੀ ਹੈ, ਭਵ ਸਾਗਰ ਤੋਂ ਪਾਰ ਹੋ ਗਏ। ਉਹ ਸੰਸਾਰ ਦੇ ਸਗੋਂ ਪੂਜਣ ਯੋਗ ਹੋ ਗਏ। ਜਿਹੜੇ ਸੰਸਾਰ ਦੇ ਲੋਕ ਦੁਰਕਾਰ ਕਰਕੇ ਥੁੱਕ ਕਰਕੇ ਲੰਘਦੇ ਸਨ ਕਿ ਬੜਾ ਇਹ ਵੱਡਾ ਅਪਰਾਧੀ ਹੈ, ਪਾਪੀ ਹੈ, ਇਹ ਬਹੁਤ ਵੱਡਾ ਗੁਨਹਗਾਰ ਹੈ, ਇਹ ਤਾਂ ਚੋਰ ਹੈ, ਪਤਾ ਨਹੀਂ ਕਿੰਨੇ ਕਿੰਨੇ ਇਲਜ਼ਾਮ ਇਹਨਾਂ ਤੇ ਲਗਾਏ ਜਾਂਦੇ, ਉਹਨਾਂ ਦੇ ਉੱਪਰ ਦੋਸ਼ ਆਰੋਪੇ ਜਾਂਦੇ ਆ। ਪਰ ਹਜੂਰ ਦੇ ਬਚਨ ਹਨ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮੰਨੈ। ਸਭ ਥਾਵਾਂ ਤੇ ਮੰਨਣ ਯੋਗ ਹੋ ਜਾਂਦਾ।
ਇਹ ਸੱਚੇ ਪਾਤਸ਼ਾਹੀ ਦਾ ਬਿਰਧ ਹੈ। ਤੋ ਮਹਾਰਾਜ ਭਗਤ ਰਸਨਾ ਦੁਆਰਾ ਉਚਾਰਨ ਕਰ ਰਹੇ ਨੇ, ਪਤਿਤ ਪਾਵਨ ਮਾਧਵ ਬਿਰਧ ਤੇਰਾ। ਪਰਮੇਸ਼ਰ ਦੇ ਸਨਮੁਖ ਹੋ ਕਰਕੇ ਉਚਾਰਨ ਕਰ ਰਹੇ, ਪ੍ਰਮਾਤਮਾ ਇਹ ਤੇਰਾ ਧਰਮ ਹੈ ਕਿ ਪਾਪੀਆਂ ਨੂੰ ਪਵਿੱਤਰ ਬਣਾ ਦੇਣਾ। ਮਹਾਰਾਜ ਜੋ ਆਪ ਜੀ ਦੀ ਸ਼ਰਨ ਵਿੱਚ ਆ ਗਏ ਹੈ, ਤਿੰਨਾਂ ਵੱਡੇ ਵੱਡੇ ਪਾਪੀਆਂ ਅਪਰਾਧੀਆਂ ਨੂੰ ਬਖਸ਼ ਕਰਕੇ ਮਹਾਰਾਜ ਤੁਸਾਂ ਨੇ ਪਵਿੱਤਰ ਬਣਾ ਦਿੱਤਾ ਹੈ, ਹਿਰਦੇ ਨੂੰ ਨਿਰਮਲ ਕਰ ਦਿੱਤਾ ਹੈ। ਧਨ ਤੇ ਵੈ ਮਨ ਜਨ। ਜਿਹੜੇ ਸੰਸਾਰ ਦੇ ਅੰਦਰ ਉਹ ਮੁਨੀ ਹੈ, ਪਰਮੇਸ਼ਰ ਦੇ ਪਿਆਰੇ ਜਨ ਹਨ। ਮਹਾਰਾਜ ਕਹਿੰਦੇ ਧਨਤਾ ਦੇ ਯੋਗ ਮੁਨੀ ਜਨ ਹਨ। ਜਿਨ ਧਿਆਇਓ ਹਰ ਪ੍ਰਭ ਮੇਰਾ। ਜਿਨ੍ਹਾਂ ਨੇ ਮੇਰੇ ਪਿਆਰੇ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਉਹ ਧਨਤਾ ਦੇ ਯੋਗ ਹਨ। ਸੰਗਤ ਜੀ, ਉਹ ਰਸਨਾ ਵੀ ਧਨਤਾ ਦੇ ਯੋਗ ਹੈ ਜਿਹੜੀ ਪਰਮੇਸ਼ਰ ਦਾ ਨਾਮ ਜਪਦੀ ਹੈ। ਕਿਉਂਕਿ ਗੁਰਬਾਣੀ ਵਿੱਚ ਹਰ ਇੱਕ ਪੱਖ ਤੋਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਜੀਵ ਨੂੰ ਸਮਝਾਉਣ ਦੇ ਲਈ, ਸਿੱਧੇ ਰਸਤੇ ਤੇ ਪਾਉਣ ਦੇ ਲਈ, ਕਿ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹ ਪ੍ਰਮਾਤਮਾ ਦਾ ਸਿਮਰਨ ਕਰੇ, ਰੱਬ ਨੂੰ ਯਾਦ ਕਰੇ ਤਾਂ ਭਲਾ ਹੋ ਜਾਵੇਗਾ। ਜਿਵੇਂ ਹਜੂਰ ਦੇ ਮੁਖ ਵਾਕ ਹਨ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹ ਧਨਤਾ ਦੇ ਯੋਗ ਰਸਨਾ ਜਿਹੜੀ ਪ੍ਰਮਾਤਮਾ ਦੇ ਗੁਣ ਗਾਉਂਦੀ ਹੈ। ਤੇ ਨਾਲ ਇਹ ਵੀ ਬਚਨ ਕਰ ਦਿੱਤਾ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰਿ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਉਹ ਰਸਨਾ ਨੂੰ ਕਹਿੰਦੇ ਤਿਲ ਤਿਲ ਕਰਕੇ ਕੱਟਿਆ ਜਾਵੇਗਾ, ਜਿਹੜੀ ਰਸਨਾ ਰੱਬ ਦਾ ਨਾਮ ਨਹੀਂ ਜਪਦੀ, ਜਿਹੜੀ ਰਸਨਾ ਨਾਲ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਉਹਨੂੰ ਕੱਟ ਦਿੱਤਾ ਜਾਵੇਗਾ। ਤੇ ਮਹਾਰਾਜ ਧੰਨ ਗੁਰੂ ਅਮਰਦੇਵ ਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਵੀ ਪਾਵਨ ਬਾਣੀ ਵਿੱਚ ਉਪਦੇਸ਼ ਦਿੱਤਾ ਹੈ, ਜਿੱਥੇ ਰਸਨਾ ਪ੍ਰਤੀ ਉਚਾਰਨ ਕੀਤਾ ਹੈ, ਫਿਰ ਨੇਤਰਾਂ ਪ੍ਰਤੀ ਉਪਦੇਸ਼ ਦਿੱਤਾ ਕਿ ਨੇਤਰਾਂ ਦਾ ਧਰਮ ਕੀ ਹੈ, ਕੰਨਾਂ ਦਾ ਧਰਮ ਕੀ ਹੈ, ਰਸਨਾ ਦਾ ਧਰਮ ਕੀ ਹੈ। ਹਰ ਇੱਕ ਪੱਖ ਤੋਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਤੋ ਹਜੂਰ ਉਚਾਰਨ ਕਰ ਰਹੇ ਨੇ, ਧਨ ਤੇ ਵੈ ਮਨ ਜਨ, ਜਿਨ ਧਿਆਇਓ ਹਰ ਪ੍ਰਭ ਮੇਰਾ। ਮਹਾਰਾਜ ਕਹਿੰਦੇ ਹੋ ਧਨਤਾ ਦੇ ਯੋਗ ਮੁਨੀ ਜਾਣਿਆ, ਜਿਨ੍ਹਾਂ ਨੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕੀਤਾ, ਹਿਰਦੇ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਕੀਤਾ ਹੈ। ਸਾਧ ਸੰਗਤ ਜੀ, ਜਿਹੜੇ ਗੁਰਮੁਖ ਪਿਆਰੇ ਰੱਬ ਦਾ ਨਾਮ ਜਪਦੇ ਨਾ, ਬੰਦਗੀ ਕਰਨ ਵਾਲੇ, ਇਕੱਲਾ ਆਪ ਨਹੀਂ ਧਨਤਾ ਦੇ ਯੋਗ ਹੁੰਦੇ, ਆਪਣੀਆਂ ਕੁਲਾਂ ਨੂੰ ਵੀ ਧਨਤਾ ਦੇ ਯੋਗ ਬਣਾ ਲੈਂਦੇ। ਉਹਨਾਂ ਦੇ ਸੰਬੰਧੀ, ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੀ ਵੰਸ਼ ਵੀ ਧਨਤਾ ਦੇ ਯੋਗ, ਪੂਜਣ ਯੋਗ ਹੋ ਜਾਂਦੀ, ਜਿਹੜੇ ਰੱਬ ਦਾ ਨਾਮ ਜਪਦੇ ਆ। ਵੇਦਾਂਤ ਦਾ ਇੱਕ ਵਚਨ ਹੈ ਬੜਾ ਪਿਆਰਾ, ਕਹਿੰਦੇ ਹਨ ਧਨ ਭਈ ਤਿਨ ਕੀ ਜਨਨੀ, ਕਿਰਤਾਰਤ ਤਾਂ ਜਗ ਵੇਦਨ ਗਾਈ, ਪਦ ਕੰਜਨ ਜਾਸ ਪੁਨੀਤ ਧਰਾ, ਰਜ ਪਾਵਨ ਤੇ ਜਗ ਪਾਪ ਮਿਟਾਈ। ਜਿਹੜੇ ਸੰਸਾਰ ਦੇ ਅੰਦਰ ਰੱਬ ਦਾ ਨਾਮ ਜਪਦੇ, ਉਹਨਾਂ ਦੀ ਜਨਨੀ ਮਾਂ ਵੀ ਧਨਤਾ ਦੇ ਯੋਗ ਹੈ, ਉਹਨਾਂ ਦੇ ਸੰਬੰਧੀ ਮਿੱਤਰ ਵੀ ਧਨਤਾ ਦੇ ਯੋਗ ਹੋ ਗਏ। ਫਿਰ ਇੱਥੇ ਬਸ ਨਹੀਂ, ਕਹਿੰਦੇ ਹਨ ਰਜ ਪਾਵਨ ਤੇ ਜਗ ਪਾਪ ਮਿਟਾਈ। ਜਿੱਥੇ ਆਪਣੇ ਮੁਬਾਰਕ ਚਰਨ ਪਾ ਦਿੰਦੇ, ਉਹ ਵੀ ਪਵਿੱਤਰ ਹੋ ਜਾਂਦੀ, ਉਹ ਵੀ ਧਰਤੀ ਪੂਜਣ ਦੇ ਯੋਗ ਹੋ ਜਾਂਦੀ। ਉਹਨਾਂ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਧੂੜੀ ਵੀ ਜੇ ਕਿਤੇ ਮਸਤਕ ਤੇ ਲੱਗ ਜਾਵੇ, ਜੀਵਾਂ ਦੇ ਕੀਤੇ ਹੋਏ ਪਾਪ ਬਖਸ਼ੇ ਜਾਂਦੇ, ਗੁਨਾਹ ਮਿਟ ਜਾਂਦੇ, ਮਾੜੇ ਲੇਖ ਉਹਨਾਂ ਦੇ ਮਿਟ ਜਾਂਦੇ। ਇੰਨੀ ਸ਼ਕਤੀ ਉਹਨਾਂ ਦੇ ਚਰਨ ਧੂੜੀ ਦੇ ਵਿੱਚ। ਜੋ ਭਵ ਮੰਡਲ ਮਾਹਿ ਭਜੇ ਖਿਨ, ਏਕ ਇਕਾਗਰ ਰਾਮ ਸੁਹਾਈ। ਇੱਕ ਮਨ ਜਿਤ ਹੋ ਕਰਕੇ ਜਿਹੜੇ ਗੁਰਮੁਖ ਪਿਆਰੇ ਰੱਬ ਦਾ ਨਾਮ ਜਪਦੇ, ਰੱਬ ਉਹਨਾਂ ਦਾ ਸਹਾਈ ਹੁੰਦਾ ਹੈ, ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਰੱਖਿਆ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ, ਜਿਨ ਧਿਆਇਓ ਹਰ ਪ੍ਰਭ ਮੇਰਾ, ਜਿਨ੍ਹਾਂ ਨੇ ਹਰੀ ਪਰਮੇਸ਼ਰ ਮੇਰੇ ਮਾਲਕ ਪ੍ਰਮਾਤਮਾ ਨੂੰ ਧਿਆਇਆ ਹੈ। ਮਹਾਰਾਜ ਕਹਿੰਦੇ ਮੁਨੀ ਜਨ ਰੱਬ ਦੇ ਪਿਆਰੇ ਧਨਤਾ ਦੇ ਯੋਗ ਹਨ। ਮੇਰਾ ਮਾਥਾ ਲਾਗੀ ਲੈ ਧੂਰ। ਸੱਚੇ ਪਾਤਸ਼ਾਹ ਮਹਾਰਾਜ ਭਗਤ ਰਸਨਾ ਦੁਆਰਾ ਕਹਿੰਦੇ ਹਨ, ਸਾਡੇ ਮਸਤਕ ਦੇ ਚਰਨਾਂ ਦੀ ਧੂੜੀ ਲੱਗੀ ਹੈ। ਸਾਡੇ ਮਸਤਕ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਐਸੀ ਚਰਨਾਂ ਦੀ ਮੁਬਾਰਕ ਤਰਨ ਧੂੜ ਪ੍ਰਾਪਤ ਹੋਈ ਹੈ। ਗੋਬਿੰਦ ਚਰਨਨ ਕੀ। ਮਹਾਰਾਜ ਕਾਦੀ ਧੂੜ ਮਿਲੀ? ਕਹਿੰਦੇ ਪ੍ਰਮਾਤਮਾ ਦੇ ਚਰਨਾਂ ਦੀ ਧੂੜੀ ਸਾਨੂੰ ਪ੍ਰਾਪਤ ਹੋ ਗਈ ਹੈ। ਪ੍ਰਮਾਤਮਾ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਗਈ ਹੈ। ਸਾਧ ਸੰਗਤ ਜੀ,
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਸਤ ਸੰਗਤ ਦੇ ਵਿੱਚ ਨਿਵਾਸ ਕਰਦਾ ਹੈ। ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਉੱਥੇ ਰੱਬ ਦਾ ਨਿਵਾਸ ਹੁੰਦਾ ਹੈ। ਭਾਵੇਂ ਸਰਵ ਵਿਆਪਕ ਹੈ, ਪਰ ਵਿਸ਼ੇਸ਼ ਕਰਕੇ ਉੱਥੇ ਪ੍ਰਮਾਤਮਾ ਸਾਖਸ਼ਾਤ ਹੈ, ਜਿੱਥੇ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਜੇ ਸੰਗਤ ਦੇ ਚਰਨ ਧੂੜੀ ਵੀ ਮਸਤਕ ਦੇ ਲੱਗ ਜਾਵੇ, ਜਾਣੋ ਕਿ ਰੱਬ ਦੇ ਚਰਨਾਂ ਦੀ ਧੂੜੀ ਹੈ, ਕਿਉਂਕਿ ਪ੍ਰਮਾਤਮਾ ਦਾ ਨਿਵਾਸ ਹੈ ਪਿਆਰੀ ਸਤ ਸੰਗਤ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮੇਰਾ ਮਾਥੈ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ। ਪ੍ਰਮਾਤਮਾ ਦੇ ਚਰਨਾਂ ਦੀ ਧੂੜੀ। ਮਹਾਰਾਜ ਕਹਿੰਦੇ ਸਾਡੇ ਹਿਰਦੇ ਅੰਦਰ ਐਸੀ ਭਾਰੀ ਨਿਮਰਤਾ ਮਿਲ ਗਈ ਹੈ। ਸੁਰ ਨਰ ਮਨ ਜਨ ਤਿਨਹੂ ਤੇ ਦੂਰ। ਐਸੀ ਅਮੋਲਕ ਦਾਤ ਹੈ, ਜਿਹੜੇ ਸੁਰ ਚਾਹੇ ਕੋਈ ਨਰ ਹੈ ਫਿਰ ਮੁਨੀ ਜਾਣੇ ਹੈ, ਉਹਨਾਂ ਨੂੰ ਵੀ ਭਾਗਾ ਤੋਂ ਬਿਨਾ ਇਹ ਦਾਤ ਨਹੀਂ ਪ੍ਰਾਪਤ ਹੁੰਦੀ। ਇਹ ਚਰਨਾਂ ਦੀ ਧੂੜੀ ਉਹਨਾਂ ਨੂੰ ਵੀ ਨਹੀਂ ਨਸੀਬ ਹੁੰਦੀ, ਜਿਨ੍ਹਾਂ ਦੇ ਭਾਗ ਮਾੜੇ, ਜਿਨ੍ਹਾਂ ਦੇ ਭਾਗ ਨਹੀਂ ਜਾਗਦੇ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਨੂੰ ਜੀਵਨ ਦੇ ਅੰਦਰ ਇਹ ਦਾਤ ਪ੍ਰਾਪਤ ਹੁੰਦੀ ਹੈ। ਸੁਰ ਨਰ ਮੁਨ ਜਨ ਤਿਨਹੂ ਤੇ ਦੂਰ। ਮਹਾਰਾਜ ਕਹਿੰਦੇ ਇਹਨਾਂ ਦੇ ਮਨ ਵਿੱਚ ਹੰਕਾਰ ਹੋਣੇ ਕਰਕੇ, ਕਿਉਂਕਿ ਬੜੇ ਵੱਡੇ ਮੁਨੀ ਜਨ ਵੀ ਬੜਾ ਮਨ ਦੇ ਵਿੱਚ ਹੰਕਾਰ ਕਰਦੇ ਆ। ਬੜੇ ਬੜੇ ਸੰਸਾਰ ਦੇ ਅੰਦਰ ਮੁਨੀ ਵੀ ਹੋਏ ਆ, ਰਿਖੀ ਤਪ ਕਰਨ ਵਾਲੇ ਤਪਸਵੀ ਲੋਕ ਵੀ ਹੋਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਤਪੱਸਿਆ ਦਾ ਜਾਂ ਮੋਨ ਧਾਰਨ ਕਰਨੇ ਦਾ, ਦੁਨਿਆਵੀ ਹੋਰ ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਕਰਨੇ ਦਾ ਬਹੁਤ ਭਾਰੀ ਮਨ ਦੇ ਵਿੱਚ ਹੰਕਾਰ ਸੀਗਾ ਕਿ ਅਸੀਂ ਤਾਂ ਇੰਨਾ ਜ਼ਿਆਦਾ ਜ਼ਿੰਦਗੀ ਵਿੱਚ ਭਾਰੀ ਤਪੱਸਿਆ ਕੀਤੀ, ਇੰਨਾ ਸਮਾਂ ਮੋਨ ਰੱਖਿਆ, ਇੰਨਾ ਸਮਾਂ ਅਸੀਂ ਇਹ ਸਾਧਨਾ ਕੀਤੀ, ਕੋਈ ਜਲ ਧਾਰਾ, ਕੋਈ ਤਪ ਸਾਧਨਾ ਕਰਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਦਾ ਮਨ ਦੇ ਵਿੱਚ ਹੰਕਾਰ ਧਾਰਨ ਕਰਕੇ ਰੱਖਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿਨਹੂ ਤੇ ਦੂਰ, ਇਸ ਕਰਕੇ ਪ੍ਰਮਾਤਮਾ ਵੀ ਤਿਨਾਂ ਤੋਂ ਦੂਰ ਹੀ ਰਿਹਾ ਹੈ। ਪ੍ਰਮਾਤਮਾ ਨੇ ਕਦੇ ਉਹਨਾਂ ਦੇ ਸਾਖਸ਼ਾਤ ਰੂਪ ਹੋ ਕਰਕੇ ਪ੍ਰਾਪਤ ਹੋ ਸਕਿਆ। ਜ਼ਿੰਦਗੀ ਦਾ ਵੱਡਾ ਪੱਕ ਭਾਵੇਂ ਇਸੇ ਤਰ੍ਹਾਂ ਲੰਘਾ ਦਿੱਤਾ ਹੈ, ਪਰ ਮਹਾਰਾਜ ਕਹਿੰਦੇ ਮਨ ਵਿੱਚ ਹੰਕਾਰ ਹੋਣੇ ਕਰਕੇ ਤਿਨਹੂ ਤੇ ਦੂਰ, ਪਰਮੇਸ਼ਰ ਤਿਨਾਂ ਤੋਂ ਦੂਰ ਹੀ ਰਿਹਾ। ਕੋਲ ਹੁੰਦਾ ਹੋਇਆ ਵੀ ਪ੍ਰਮਾਤਮਾ ਉਹਨਾਂ ਦੀ ਮੱਤ ਤੇ ਪਰਦਾ ਪਾ ਕੇ ਰੱਖਦਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਦੀਨ ਕਾ ਦਇਆਲ ਮਾਧੋ। ਸਾਧ ਸੰਗਤ ਜੀਓ, ਪ੍ਰਮਾਤਮਾ ਦੀਨ ਗਰੀਬਾਂ ਦਾ ਦਇਆ ਕਰਨ ਵਾਲਾ ਦਿਆਲੂ ਹੈ। ਦੀਨ ਕਾ ਦਇਆਲ ਮਾਧੋ। ਮਹਾਰਾਜ ਕਹਿੰਦੇ ਦੀਨਾ ਬੰਧੂ ਹੈ, ਦਇਆ ਦੇ ਕਰਨ ਵਾਲਾ ਦਿਆਲੂ ਪਰਮੇਸ਼ਰ ਹੈ। ਇਸੇ ਕਰਕੇ ਪ੍ਰਮਾਤਮਾ ਨੂੰ ਕਿਹਾ ਜਾਂਦਾ ਗਰੀਬ ਨਿਵਾਜ। ਗਰੀਬਾਂ ਨੂੰ ਨਿਵਾਜਦਾ ਹੈ, ਗਰੀਬਾਂ ਨੂੰ ਮਾਣ ਦਿੰਦਾ ਹੈ, ਸਤਿਕਾਰ ਦਿੰਦਾ ਹੈ। ਨਿਮਰਤਾਵਾਨ ਹੋਇਆ ਨੂੰ ਜਾਣ ਕਰਕੇ, ਅੰਦਰ ਦੀ ਗਰੀਬੀ, ਹਿਰਦੇ ਦੀ ਨਿਮਰਤਾ ਜਾਣ ਕਰਕੇ ਪ੍ਰਮਾਤਮਾ ਉਹਨਾਂ ਨੂੰ ਮਾਣ ਬਖਸ਼ਿਸ਼ ਕਰ ਦਿੰਦਾ ਹੈ। ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਹਰ ਜੀਓ ਨਿਮਾਣਿਆ ਤੂੰ ਮਾਣ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਹੇ ਪ੍ਰਮਾਤਮਾ, ਇਦਾਂ ਦਾ ਆਪ ਜੀ ਦਾ ਬਿਰਧ ਹੈ। ਮਹਾਰਾਜ ਜਿਵੇਂ ਕੋਈ ਬੱਚਾ ਭੁੱਲ ਕਰਦਾ ਨਾ, ਗਲਤੀਆਂ ਕਰਦਾ, ਤੇ ਮਾਤਾ ਪਿਤਾ ਦਾ ਸੁਭਾਅ ਹੁੰਦਾ ਝਿੜਕ ਕੇ ਫੇਰ ਗਲ ਦੇ ਨਾਲ ਲਗਾ ਲੈਣਾ। ਮਹਾਰਾਜ ਇਦਾਂ ਦਾ ਆਪ ਜੀ ਦਾ ਬਿਰਧ ਹੈ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਅਵਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੇ। ਮਹਾਰਾਜ ਆਪ ਜੀ ਸਹੀ ਰਸਤੇ ਤੇ ਫਿਰ ਤੋਰ ਦਿੰਦੇ ਹੋ। ਜਿਹੜਾ ਵੀ ਕੋਈ ਪ੍ਰਾਣੀ ਆਪ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਦੀਨ ਕਾ ਦਇਆਲ ਮਾਧੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਆਪ ਜੀ ਦੀਨਾ ਬੰਧੂ ਹੋ, ਦਇਆ ਦੇ ਘਰ ਮਹਾਰਾਜ ਸਦਾ ਹੀ ਆਪ ਜੀ ਦਇਆਲਤਾ ਕਰਨ ਵਾਲੇ ਹੋ। ਗਰਭ ਪਰਹਾਰੀ। ਫਿਰ ਮਹਾਰਾਜ ਜਿਨ੍ਹਾਂ ਤੇ ਆਪ ਜੀ ਕਿਰਪਾ ਕਰਦੇ, ਉਹਨਾਂ ਦਾ ਗਰਭ ਹੰਕਾਰ ਮਿਟ ਦਿੰਦੇ ਹੋ। ਪਰ ਹਾਰੀ ਹੁੰਦਾ ਵਿਸ਼ੇਸ਼ ਕਰਕੇ ਨਾਸ਼ ਕਰਨਾ, ਵਿਸ਼ੇਸ਼ ਕਰਕੇ ਨਸ਼ਟ ਕਰ ਦੇਣਾ, ਹੰਕਾਰ ਤੋਂ ਰਹਿਤ ਕਰ ਦੇਣਾ। ਜਿਨ੍ਹਾਂ ਤੇ ਆਪ ਜੀ ਦੀ ਦਇਆਲਤਾ ਹੋ ਜਾਂਦੀ, ਮਹਾਰਾਜ ਹੇ ਸੱਚੇ ਪਾਤਸ਼ਾਹ ਉਹਨਾਂ ਦਾ ਗਰਭ ਮੇਟ ਦਿੰਦੇ ਹੋ। ਐਸਾ ਮਹਾਰਾਜ ਆਪ ਜੀ ਦਾ ਬਿਰਧ ਹੈ। ਕਿਉਂਕਿ ਮਨੁੱਖ ਦਾ ਆਪਣਾ ਕੋਈ ਚਾਰਾ ਨਹੀਂ ਸਾਧ ਸੰਗਤ ਜੀ ਹੰਕਾਰ ਤੋਂ ਰਹਿਤ ਹੋਣੇ ਦਾ। ਇਹ ਇਹਨਾਂ ਸਾਧ ਸੰਗਤ ਜੀ ਭਿਆਨਕ ਰੋਗ ਹੈ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ। ਭਾਵੇਂ ਟੁਕੜੇ ਟੁਕੜੇ ਆਪਣੇ ਸਰੀਰ ਨੂੰ ਕਰਵਾ ਦੇਵੇ ਤਾਂ ਵੀ ਹਉਮੈ ਦੀ ਮੈਲ, ਹੰਗਤਾ ਦੀ ਮੈਲ ਕਦੇ ਦੂਰ ਹੁੰਦੀ ਨਹੀਂ ਹੈ। ਅਗਲੇ ਜਨਮ ਦੇ ਵਿੱਚ ਫੇਰ ਜੀਵ ਨੂੰ ਘੇਰ ਲੈਂਦੀ, ਚੰਬੜੀ ਰਹਿੰਦੀ ਹੈ। ਹਾਂ, ਜਿਨ੍ਹਾਂ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਦਇਆ ਦੇ ਘਰ ਵਿੱਚ ਆ ਕਰਕੇ ਦਇਆਲਤਾ ਕਰ ਦੇਣ, ਮਹਾਰਾਜ ਕਹਿੰਦੇ ਉਹ ਜੀਵ ਹੰਕਾਰ ਤੋਂ ਰਹਿਤ ਹੁੰਦੇ ਹੈ। ਗਰਭ ਪ੍ਰਹਾਰੀ ਜਿਨ੍ਹਾਂ ਤੇ ਮਹਾਰਾਜ ਜੀ ਦੀ ਦਇਆਲਤਾ ਹੋ ਗਈ, ਉਹਨਾਂ ਦਾ ਗਰਭ ਹੰਕਾਰ ਮਹਾਰਾਜ ਸਾਹਿਬ ਜੀ ਨੇ ਮੇਟ ਦਿੱਤਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਨਾ, ਹੈ ਜੀਵ ਜਿਸ ਗਰਭ ਜਿਸ ਹੰਕਾਰ ਦੇ ਕਰਕੇ ਬੜੇ ਬੜੇ ਸੰਸਾਰ ਦੇ ਅੰਦਰ ਲੋਕ ਮਾਰੇ ਗਏ ਹੈ। ਬਾਰ-ਬਾਰ 84 ਦੇ ਗੇੜੇ ਵਿੱਚ ਪਏ ਹੈ। ਭੁੱਲ ਕਰਕੇ ਵੀ ਕਦੇ ਮਹਾਰਾਜ ਕਹਿੰਦੇ ਆਪਣੇ ਹਿਰਦੇ ਅੰਦਰ ਗਰਭ ਹੰਕਾਰ ਨਾ ਧਾਰਨ ਕਰਨਾ ਕਰੀ। ਕਿਉਂਕਿ ਜਿਹੜਾ ਮਨੁੱਖ ਬਹੁਤੇ ਪੈਸੇ ਵਾਲਾ ਗਰੀਬਾਂ ਨੂੰ ਦੇਖ ਕਰਕੇ ਮਖੌਲ ਕਰਦਾ, ਮਨ ਵਿੱਚ ਹੰਕਾਰ ਕਰਦਾ, ਪੈਸੇ ਦਾ ਹੰਕਾਰ ਹੋਣੇ ਕਰਕੇ, ਕੋਈ ਬਲ ਕਰਕੇ, ਕੋਈ ਕਿਸੇ ਨਾ ਕਿਸੇ ਪੱਖ ਤੋਂ ਮਨ ਵਿੱਚ ਹੰਕਾਰ ਕਰਦਾ ਹੀ ਰਹਿੰਦਾ। ਪਰ ਹਜੂਰ ਕਹਿੰਦੇ ਹਨ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜਹੁ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਇਹ ਪਤਾ ਨਹੀਂ ਹੁਣ ਸੰਸਾਰ ਸਮੁੰਦਰ ਦੇ ਵਿੱਚ ਤੇਰੇ ਨਾਲ ਕੀ ਬਣਨਾ, ਕਿਉਂਕਿ ਜੇ ਹੋਰ ਸਰੀਰ ਰੂਪੀ ਬੇੜੀ ਜੀਵ ਦੀ ਜਿਹੜੀ ਸੰਸਾਰ ਸਮੁੰਦਰ ਦੇ ਵਿੱਚ ਠੇਲੇ, ਤੇਰੇ ਵੀ ਮਹਾਰਾਜ ਕਹਿੰਦੇ ਸਰੀਰ ਰੂਪੀ ਬੇੜੀ ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਠੇਲੀ ਹੋਈ, ਪਤਾ ਨਹੀਂ ਕਿਹੜੇ ਵੇਲੇ ਕੀ ਬਣ ਜਾਣਾ। ਇਸ ਕਰਕੇ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਈ, ਕਿਸੇ ਗਰੀਬੜੇ ਵੱਲ ਦੇਖ ਕਰਕੇ ਕਦੇ ਕਿਸੇ ਨੂੰ ਮਖੌਲ ਨਾ ਕਰੀ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਨਿਵਾਸ, ਆਜ ਕਾਲ ਕੋਈ ਲੇਟਣਾ ਉੱਪਰ ਜਾਮੈ ਘਾਸ। ਐਵੇਂ ਉੱਚਾਪਨ ਦੇਖ ਕਰਕੇ ਜਾਂ ਵੱਡੇ ਵੱਡੇ ਆਪਣੇ ਮਹਿਲ ਮਾੜੀਆਂ ਨੂੰ ਦੇਖ ਕਰਕੇ ਕਦੇ ਹੰਕਾਰ ਨਾ ਕਰੀ। ਆਖਰਕਾਰ ਤੂੰ ਵੀ ਤਾਂ ਇਸ ਧਰਤੀ ਤੇ ਲੇਟਣਾ ਹੈ। ਜਿਹੜੇ ਧਰਤੀ ਦੇ ਉੱਪਰ ਲੈਂਦੇ, ਜਿਨ੍ਹਾਂ ਵੱਲ ਦੇਖ ਕਰਕੇ ਤੂੰ ਹੰਕਾਰ ਕਰਦਾ, ਸਿੱਧੇ ਮੂੰਹ ਕਿਸੇ ਨੂੰ ਕਵਾਉਂਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਉਹਨਾਂ ਦਾ ਗਰਭ ਮੇਟ ਦਿੰਦਾ, ਹਿਰਦੇ ਅੰਦਰ ਨਿਮਰਤਾ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਨਹੀਂ ਤਾਂ ਹਰ ਸਮੇਂ ਜੀਵ ਮਨ ਵਿੱਚ ਹੰਕਾਰ ਹੀ ਕਰਦਾ ਰਹਿੰਦਾ ਹੈ, ਕਦੇ ਕਿਸੇ ਗੱਲ ਦਾ ਕਦੇ ਕਿਸੇ ਗੱਲ ਦਾ ਮਨ ਵਿੱਚ ਹੰਕਾਰ ਹੀ ਕਰਦਾ। ਪਰ ਪਰਮੇਸ਼ਰ ਦਾ ਬਿਰਦ ਹੈ, ਦੀਨ ਕਾ ਦਇਆਲ ਮਾਧਵ ਗਰਭ ਪ੍ਰਹਾਰੀ। ਉਹ ਪਰਮੇਸ਼ਰ ਹੰਕਾਰ ਨੂੰ ਮੇਟਣ ਵਾਲਾ ਹੈ। ਚਰਨ ਸਰਨ ਨਾਮਾ ਬਲ ਤਿਹਾਰੀ। ਭਗਤ ਨਾਮਦੇਵ ਜੀ ਸਮਾਪਤੀ ਦੀ ਪੰਕਤੀਆਂ ਵਿੱਚ ਉਚਾਰਨ ਕਰਦੇ ਨੇ, ਹੇ ਪ੍ਰਮਾਤਮਾ ਆਪ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਮਹਾਰਾਜ। ਭਗਤ ਨਾਮਦੇਵ ਜੀ ਕਹਿੰਦੇ, ਮਹਾਰਾਜ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ, ਬਲ ਤਿਹਾਰੀ ਤੁਹਾਡਾ ਬਲ ਪਾ ਕਰਕੇ, ਸਭ ਥਾਵਾਂ ਤੇ ਤੁਹਾਡਾ ਪ੍ਰਤਾਪ ਜਾਣ ਕਰਕੇ। ਮਹਾਰਾਜ ਕਿਹੜੀ ਥਾਂ ਜਿੱਥੇ ਤੁਹਾਡਾ ਪ੍ਰਤਾਪ ਨਹੀਂ ਵਰਤਦਾ ਪਿਆ, ਸਭ ਥਾਵਾਂ ਤੇ ਮਹਾਰਾਜ ਤੁਹਾਡਾ ਹੀ ਬਲ ਦਾ ਵਰਤਾਰਾ ਹੈ, ਤੁਹਾਡਾ ਹੀ ਪ੍ਰਤਾਪ ਸਭ ਥਾਵਾਂ ਤੇ ਮਹਾਰਾਜ ਵਰਤਦਾ ਪਿਆ। ਇਸ ਕਰਕੇ ਆਪ ਜੀ ਦੀ ਸ਼ਰਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸੇ ਆਏ ਹਾਂ। ਇਹ ਮਨ ਵਿੱਚ ਭਾਵਨਾ ਬਣਾ ਕਰਕੇ ਕਿ ਤੁਹਾਡੀ ਸ਼ਰਨ ਵਿੱਚ ਆਉਣੇ ਕਰਕੇ ਗੁਨਾਹ ਬਖਸ਼ੇ ਜਾਂਦੇ ਹੈ। ਕਿਉਂਕਿ ਜੇ ਅਸੀਂ ਮਹਾਰਾਜ ਵੱਡਿਆਂ ਤੋਂ ਵੱਡੇ ਭੁੱਲਣਹਾਰੇ ਗੁਨਾਹਗਾਰ ਹਾਂ, ਆਪ ਜੀ ਵੱਡਿਆਂ ਤੋਂ ਵੱਡੇ ਮਹਾਰਾਜ ਬਖਸ਼ਣਹਾਰੇ ਹੋ, ਬਖਸ਼ੰਦ ਹੋ। ਆਪ ਕਿਰਪਾ ਕਰਕੇ ਸੱਚੇ ਪਾਤਸ਼ਾਹ ਸਾਡੇ ਔਗੁਣਾਂ ਨੂੰ, ਸਾਡੇ ਗੁਨਾਹਾਂ ਨੂੰ ਬਖਸ਼ ਕਰਕੇ ਮਹਾਰਾਜ ਅੱਗੇ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨ ਦੀ ਦਾਤ ਬਖਸ਼ੋ। ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਅਸੀਂ ਅਰਜ਼ੋਈ ਕਰਦੇ ਹਾਂ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਦੀਨ ਕਾ ਦਇਆਲ ਮਾਧਵ ਗਰਭ ਪ੍ਰਹਾਰੀ, ਚਰਨ ਸਰਨ ਨਾਮਾ ਬਲ ਤਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।